ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਦਾ, ਜਿਸ ਨੇ ਤੁਹਾਡੇ ਨਾਲ ਇੱਕ ਵਾਰ ਫਿਰ ਪਰਮੇਸ਼ਵਰ ਦੇ ਜੀਵਤ ਵਚਨ ਨੂੰ ਸਾਂਝੇ ਕਰਨ ਦਾ ਮੌਕਾ ਦਿੱਤਾ। ਜਿਵੇਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਵੇਖ ਚੁੱਕੇ ਹਾਂ ਕਿ ਪਰਮੇਸ਼ਵਰ ਦੇ ਦਾਸ ਅਨਮੋਲ ਹੀਰਿਆਂ ਵਰਗੇ ਹਨ। ਉਹ ਬੇਸ਼ਕੀਮਤੀ ਤੋਹਫੇ ਹਨ, ਕਿਉਂਕਿ ਸੇਵਕ ਪਰਮੇਸ਼ਵਰ ਦੇ ਦੁਆਰਾ ਸੱਦੇ ਗਏ ਅਤੇ ਯਿਸੂ ਮਸੀਹ ਦੇ ਦੁਆਰਾ ਚੁਣੇ ਹੋਏ ਹਨ। ਅੱਜ ਅਸੀਂ ਦੇਖਦੇ ਹਾਂ ਕਿ ਇਹਨਾਂ ਸੇਵਕਾਂ ਦੀ ਵਿਸ਼ਵਾਸੀ ਕਿਵੇਂ ਪਹਿਚਾਣ ਕਰ ਸਕਦਾ ਹੈ, ਜਾਂ ਪਵਿੱਤਰ ਵਚਨ ਇਹਨਾਂ ਸੇਵਕਾਂ ਦੀ ਪਹਿਚਾਣ ਬਾਰੇ ਕੀ ਆਖਦੀ ਹਨ। ਜਿਹੜੇ ਸੇਵਕ ਪਰਮੇਸ਼ਵਰ ਦੇ ਦੁਆਰਾ ਸੱਦੇ ਤੇ ਚੁਣੇ ਗਏ ਹਨ, ਉਹਨਾਂ ਦੇ ਬਾਰੇ ਇਬਰਾਨੀਆਂ 13:7 ਵਿੱਚ ਇਸ ਤਰ੍ਹਾਂ ਲਿਖਿਆ ਹੈ, ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਵਰ ਦਾ ਵਚਨ ਸੁਣਾਇਆ। ਪਵਿੱਤਰ ਬਾਣੀ ਦੇ ਵਿੱਚ ਉਹਨਾਂ ਸੇਵਕਾਂ ਨੂੰ ਜਿਨ੍ਹਾਂ ਨੇ ਪਹਿਲੀ ਵਾਰ ਤੁਹਾਨੂੰ ਵਚਨ ਸੁਣਾਇਆ, ਪਰਮੇਸ਼ਵਰ ਦਾ ਵਚਨ ਤੁਹਾਨੂੰ ਚੇਤੇ ਰੱਖਣ ਦੇ ਲਈ ਆਖਦਾ ਹੈ। ਫਿਰ ਰੋਮੀਆਂ 10:15 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਭਈ ਜਿਹੜੀਆਂ ਚੰਗੀਆਂ ਗੱਲਾਂ ਦੀ ਖਬਰ ਸੁਣਾਉਂਦੇ ਹਨ, ਉਹਨਾਂ ਦੇ ਚਰਨ ਕਿਹੇ ਸੁੰਦਰ ਹਨ। ਇਹਨਾਂ ਦੋਹਾਂ ਵਚਨਾਂ ਨੂੰ ਜਿਨ੍ਹਾਂ ਨੇ ਵਿਸ਼ਵਾਸੀਆਂ ਨੂੰ ਪਹਿਲੀ ਵਾਰ ਖੁਸ਼ਖਬਰੀ ਸੁਣਾਈ ਅਤੇ ਬਪਤਿਸਮਾ ਦਿੱਤਾ, ਤੌਬਾ ਕਰਵਾਈ, ਅਜਿਹੇ ਸੇਵਕਾਂ ਨੂੰ ਵਿਸ਼ਵਾਸੀਆਂ ਨੇ ਹਮੇਸ਼ਾ ਚੇਤੇ ਰੱਖਣਾ ਹੈ, ਕਿਉਂਕਿ ਇਸ ਗੱਲ ਦੀ ਪੁਸ਼ਟੀ ਪਰਮੇਸ਼ਵਰ ਦਾ ਵਚਨ ਕਰਦਾ ਹੈ। ਫਿਰ ਵੀ ਇਹਨਾਂ ਦੋਹਾਂ ਵਚਨਾਂ ਨੂੰ ਨਜ਼ਰ ਅੰਦਾਜ਼ ਕਰਕੇ ਵਿਸ਼ਵਾਸੀ ਬੇਸ਼ਕੀਮਤੀ ਸੇਵਕਾਂ ਨੂੰ ਛੱਡ ਕੇ ਇੱਧਰ ਉੱਧਰ ਭਟਕ ਰਹੇ ਹਨ। ਅੱਜ ਇਸ ਦੇ ਕੀ ਕਾਰਨ ਹਨ, ਅਸੀਂ ਵਚਨ ਦੇ ਵਿੱਚੋਂ ਦੇਖਦੇ ਹਾਂ। ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਜਦੋਂ ਵਿਸ਼ਵਾਸੀ ਹੁਸ਼ਿਆਰ ਹੋ ਜਾਂਦੇ ਹਨ, ਉਸ ਤੋਂ ਬਾਅਦ ਉਹ ਵੱਡੇ ਛੋਟੇ ਸੇਵਕ ਦੀ ਪਰਖ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸੇ ਲਈ ਬਹੁਤ ਸਾਰੇ ਵਿਸ਼ਵਾਸੀ ਆਪਣੇ ਮਦਰ ਚਰਚ ਨੂੰ ਭੁੱਲੇ ਹੋਏ ਹਨ। ਪ੍ਰਭੂ ਯਿਸੂ ਮਸੀਹ ਨੇ ਵੱਡੇ ਛੋਟੇ ਸੇਵਕ ਬਾਰੇ ਕੀ ਬਿਆਨ ਕੀਤਾ ਹੈ, ਅਸੀਂ ਪਵਿੱਤਰ ਬਾਣੀ ਵਿੱਚੋਂ ਵੇਖਦੇ ਹਾਂ। ਮੱਤੀ 10:42 ਵਿੱਚ ਇਸ ਤਰ੍ਹਾਂ ਲਿਖਿਆ ਹੈ, ਜੇ ਕੋਈ ਇਹਨਾਂ ਛੋਟਿਆਂ ਵਿੱਚੋਂ ਇੱਕ ਨੂੰ ਚੇਲੇ ਦੇ ਨਾਂ ਉੱਤੇ ਨਿਰਾ ਇੱਕ ਕਟੋਰਾ ਠੰਡੇ ਪਾਣੀ ਦਾ ਪਿਆਵੇ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਾ ਗਵਾਵੇਗਾ। ਪਰਮੇਸ਼ਵਰ ਦੇ ਸੱਦੇ ਤੇ ਚੁਣੇ ਹੋਏ ਸੇਵਕੋ ਅਤੇ ਪ੍ਰਭੂ ਯਿਸੂ 'ਤੇ ਵਿਸ਼ਵਾਸ ਕਰਨ ਵਾਲੇ ਵਿਸ਼ਵਾਸੀਓ, ਪ੍ਰਭੂ ਯਿਸੂ ਮਸੀਹ ਨੇ ਛੋਟੇ ਤੋਂ ਛੋਟੇ ਚੇਲੇ ਨਾਲ, ਜਿਸ ਦੇ ਚਰਨ ਸੁੰਦਰ ਹਨ, ਬਾਣੀ ਸੁਣਾਉਂਦਾ ਹੈ, ਉਸ ਨਾਲ ਕਿਵੇਂ ਵਰਤਾਵਾ ਕਰਨਾ ਚਾਹੀਦਾ ਹੈ, ਯਿਸੂ ਮਸੀਹ ਨੇ ਇਸ ਵਚਨ ਵਿੱਚ ਸਪਸ਼ਟ ਕੀਤਾ ਹੈ। ਫਿਰ ਲੂਕਾ 18:14 ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ, ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ, ਪਰ ਜੋ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ। ਸੋ ਬਹੁਤ ਸਾਰੇ ਵਿਸ਼ਵਾਸੀਆਂ ਦੇ ਜੀਵਨ ਦੇ ਵਿੱਚ ਸੰਸਾਰ ਦੀ ਸੋਚ ਹੁੰਦੀ ਹੈ। ਸੰਸਾਰ ਦੇ ਤੌਰ ਤਰੀਕਿਆਂ ਨੂੰ ਵੇਖਦੇ ਹੋਏ, ਸੰਸਾਰ ਦੀਆਂ ਗੱਲਾਂ ਨੂੰ ਵੇਖਦੇ ਹੋਏ ਅਜਿਹੇ ਬੇਸ਼ਕੀਮਤੀ ਸੇਵਕਾਂ ਨੂੰ ਛੱਡ ਕੇ ਵਿਸ਼ਵਾਸੀ ਇੱਧਰ ਉੱਧਰ ਭਟਕ ਰਹੇ ਹਨ। ਅਜਿਹਾ ਉਹਨਾਂ ਦੇ ਲਈ ਫਲਦਾਇਕ ਨਹੀਂ ਹੋਵੇਗਾ। ਉਹਨਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪਰਮੇਸ਼ਵਰ ਉਹਨਾਂ ਵਿਸ਼ਵਾਸੀਆਂ ਨੂੰ ਪਹਿਚਾਣ ਦੀ ਆਤਮਾ ਦੇਵੇ। ਅਫਸੀਆਂ ਦੀ ਕਲੀਸਿਆ ਦਾ ਮਜ਼ਬੂਤ ਹੋਣ ਦਾ ਕਾਰਨ ਵੀ ਇਹ ਸੀ ਕਿ ਸੰਤ ਪੌਲੁਸ ਉਸ ਵਾਸਤੇ ਪ੍ਰਾਰਥਨਾ ਕਰਦਾ ਹੈ। ਤਾਂ ਮੈਂ ਆਪਣੀ ਪ੍ਰਾਰਥਨਾ ਵਿੱਚ ਤੁਹਾਨੂੰ ਚੇਤੇ ਕਰਦਿਆਂ ਤੁਹਾਡੇ ਲਈ ਧੰਨਵਾਦ ਕਰਨ ਤੋਂ ਨਹੀਂ ਹਟਦਾ। ਔਰ
ਅੱਗੇ ਅਪਸੀਆਂ ਦੇ ਵਿੱਚ ਹੀ ਉਹ ਕਹਿ ਰਿਹਾ ਹੈ, ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੇ। ਜਿਹੜੇ ਚੁਣੇ ਤੇ ਸੱਦੇ ਹੋਏ ਸੇਵਕ ਹਨ, ਉਹ ਵਿਸ਼ਵਾਸੀਆਂ ਦੇ ਦਿਲ ਦੀਆਂ ਅੱਖਾਂ ਖੁੱਲ੍ਹਣ ਵਾਸਤੇ ਨਿਤ ਪ੍ਰਾਰਥਨਾ ਕਰਦੇ ਹਨ। ਅਜਿਹੇ ਸੇਵਕਾਂ ਨੂੰ ਫਿਰ ਵੀ ਕੁਝ ਵਿਸ਼ਵਾਸੀ ਛੱਡ ਜਾਂਦੇ ਨੇ। ਕਈ ਵਾਰ ਤੇ ਉਹਨਾਂ ਨਾਲ ਝਗੜਾ ਕਰਦੇ ਨੇ ਤੇ ਬੋਲਦੇ ਵੀ ਨਹੀਂ ਹਨ। ਇਸ ਦੇ ਹੇਠ ਲਿਖੇ ਕੁਝ ਕਾਰਨ ਹੋ ਸਕਦੇ ਹਨ। ਨੰਬਰ 1, ਜਦੋਂ ਸੇਵਕ ਉਹਨਾਂ ਦੇ ਕਹੇ ਮੁਤਾਬਕ ਉਹਨਾਂ ਦੀ ਮਰਜ਼ੀ ਦੀ ਸਿੱਖਿਆ ਨਹੀਂ ਦਿੰਦਾ ਤਾਂ ਉਹ ਛੱਡ ਜਾਂਦੇ ਹਨ। ਨੰਬਰ 2, ਸੇਵਕ ਉਹਨਾਂ ਨੂੰ ਆਗਿਆਕਾਰੀ ਕਰਨ ਦੇ ਲਈ ਆਖਦਾ ਹੈ ਤਾਂ ਉਹ ਛੱਡ ਜਾਂਦੇ ਹਨ। ਨੰਬਰ 3, ਸੇਵਕ ਉਹਨਾਂ ਨੂੰ ਦੁਨੀਆਦਾਰੀ ਦੀਆਂ ਚੀਜ਼ਾਂ ਦੇ ਨਾਲ ਸਮਝੌਤਾ ਕਰਨ ਤੋਂ ਰੋਕਦਾ ਹੈ, ਇਸ ਲਈ ਛੱਡ ਜਾਂਦੇ ਹਨ। ਨੰਬਰ 4, ਕਈ ਵਾਰ ਸੇਵਕ ਵਿਸ਼ਵਾਸੀ ਨੂੰ ਇਹ ਨਿਰਦੇਸ਼ ਦਿੰਦਾ ਹੈ ਕਿ ਸੇਵਕਾਈ ਦੇ ਕੰਮਾਂ ਵਿੱਚ ਸੇਵਕ ਦੀ ਮਦਦ ਕੀਤੀ ਜਾਵੇ, ਤਾਂ ਵਿਸ਼ਵਾਸੀ ਉਸ ਨੂੰ ਛੱਡ ਜਾਂਦੇ ਹਨ। ਫਿਰ ਜੇਕਰ ਸੇਵਕ ਕੁਝ ਸੰਸਾਰਿਕ ਲੋੜਾਂ ਜ਼ਰੂਰਤਾਂ ਆਪਣੇ ਲਈ ਦੱਸਦਾ ਹੈ ਤਾਂ ਵਿਸ਼ਵਾਸੀ ਛੱਡ ਜਾਂਦੇ ਹਨ। ਅਜਿਹਾ ਕਰਨਾ ਉਹਨਾਂ ਵਿਸ਼ਵਾਸੀਆਂ ਦੇ ਲਈ ਲਾਭਵੰਤ ਨਹੀਂ ਹੋਵੇਗਾ। ਪਰਮੇਸ਼ਵਰ ਦਾ ਵਚਨ ਇਸ ਚੀਜ਼ ਨੂੰ ਸਪੋਰਟ ਨਹੀਂ ਦੇ ਰਿਹਾ। ਮੱਤੀ 7:16 ਵਿੱਚ ਲਿਖਿਆ, ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਫਿਰ ਮੱਤੀ 7:17 ਦੇ ਵਿੱਚ, ਇਸੇ ਪ੍ਰਕਾਰ ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ ਹੈ। ਸੋ ਵਿਸ਼ਵਾਸੀ ਆਪ ਸੋਚਣ, ਜਿਹੜੇ ਸੇਵਕਾਂ ਨੇ ਤੁਹਾਨੂੰ ਵਚਨ ਸੁਣਾਇਆ, ਤੁਹਾਨੂੰ ਤੌਬਾ ਕਰਵਾਈ, ਤੁਹਾਨੂੰ ਬਪਤਿਸਮਾ ਦਿੱਤਾ, ਉਹਨਾਂ ਦਾ ਤੁਸੀਂ ਫਲ ਠਹਿਰੇ ਔਰ ਉਹਨਾਂ ਨੇ ਤੁਹਾਨੂੰ ਚੰਗਾ ਫਲ ਜਾਣ ਕੇ ਹੀ ਤੁਹਾਡੀ ਸੇਵਾ ਕੀਤੀ। ਸੋ ਵਿਸ਼ਵਾਸੀਆਂ ਨੂੰ ਬੇਮਹਾਰੇ ਨਹੀਂ ਹੋਣਾ ਚਾਹੀਦਾ, ਸਗੋਂ ਉਸ ਸੇਵਕ ਦਾ ਸਹਿਯੋਗ ਦੇਣਾ ਚਾਹੀਦਾ ਹੈ। ਜਿਵੇਂ ਪਿਛਲੀ ਵਾਇਸ ਵਿੱਚ ਵੇਖਿਆ ਸੀ, ਸਭ ਤੋਂ ਅੱਛਾ ਸੇਵਕ ਦਾ ਨਮੂਨਾ ਪ੍ਰਭੂ ਯਿਸੂ ਮਸੀਹ ਹੈ। ਜੇਕਰ ਯੋਹੰਨਾ 4 ਅਧਿਆਏ ਵਿਸ਼ਵਾਸੀ ਧਿਆਨ ਨਾਲ ਪੜ੍ਹਨ, ਉਸ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਵੀ ਥਕਾਵਟ ਹੋਈ, ਪ੍ਰਭੂ ਯਿਸੂ ਮਸੀਹ ਨੂੰ ਵੀ ਪਿਆਸ ਲੱਗੀ। ਪ੍ਰਭੂ ਯਿਸੂ ਮਸੀਹ ਦੇ ਲਈ ਉਸ ਦੇ ਚੇਲੇ ਖਾਣਾ ਮੁੱਲ ਲੈਣ ਦੇ ਲਈ ਗਏ। ਇਸ ਸੰਸਾਰ ਦੇ ਵਿੱਚ ਬੇਸਿਕ ਲੋੜਾਂ ਪ੍ਰਭੂ ਯਿਸੂ ਮਸੀਹ ਦੀਆਂ ਵੀ ਸਨ, ਜਿਹੜੀਆਂ ਉਹਦੇ ਚੇਲਿਆਂ ਨੇ ਪੂਰੀਆਂ ਕੀਤੀਆਂ। ਇਸ ਲਈ ਵਿਸ਼ਵਾਸੀਆਂ ਨੂੰ ਆਪਣੇ ਮਦਰ ਚਰਚ ਨੂੰ, ਜਾਣੀ ਉਸ ਸੇਵਕ ਨੂੰ ਜਿਹਨੇ ਵਚਨ ਸੁਣਾਇਆ ਔਰ ਤੌਬਾ ਬਪਤਿਸਮਾ ਕਰਵਾਇਆ, ਉਹਨੂੰ ਨਹੀਂ ਭੁੱਲਣਾ ਚਾਹੀਦਾ, ਚੇਤੇ ਰੱਖਣਾ ਚਾਹੀਦਾ ਔਰ ਉਹਦੀਆਂ ਲੋੜਾਂ ਜ਼ਰੂਰਤਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਕਿਉਂਕਿ ਹਰ ਸਿੱਖਿਆ ਦੀ ਜੜ ਪੁਰਾਣੇ ਨੇਮ ਦੇ ਵਿੱਚ ਹੈ ਔਰ ਜੇਕਰ ਵਿਸ਼ਵਾਸੀ ਮਜ਼ਬੂਤ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਸੇਵਾ ਦੀ ਉਦਾਹਰਨ ਪੁਰਾਣੇ ਨੇਮ ਦੇ ਵਿੱਚੋਂ ਵੀ ਸਿੱਖਣੀ ਚਾਹੀਦੀ ਹੈ ਕਿ ਸੇਵਕ ਦਾ ਸਹਿਯੋਗ ਦੇ ਨਾਲ ਕਿਵੇਂ ਜਿੱਤ ਮਿਲਦੀ ਹੈ। ਵਿਸ਼ਵਾਸੀਆਂ ਨੂੰ ਕੂਚ 17 ਅਧਿਆਏ ਜ਼ਰੂਰ ਪੜ੍ਹਨ ਦੀ ਜ਼ਰੂਰਤ ਹੈ। ਅੱਜ ਇਸ ਵਿੱਚੋਂ 17 ਦਾ 8 ਤੋਂ 12 ਵਚਨ ਤੱਕ ਇੱਕ ਸੇਵਕ ਜਿਸ ਨੂੰ ਪਰਮੇਸ਼ਵਰ ਨੇ ਦਰਸ਼ਨ ਦਿੱਤਾ ਸੀ, ਮੂਸਾ, ਉਸ ਦੇ ਜੀਵਨ ਦੇ ਬਾਰੇ ਅਸੀਂ ਦੇਖਦੇ ਹਾਂ। ਜਿਸ ਵਕਤ ਅਮਲੇਕ ਨਾਲ ਇਜ਼ਰਾਈਲੀਆਂ ਦੀ ਲੜਾਈ ਹੋਈ, ਮੂਸਾ ਪ੍ਰਾਰਥਨਾ ਕਰਨ ਦੇ ਲਈ ਪਹਾੜ ਉੱਤੇ ਗਿਆ ਔਰ ਮੂਸਾ ਪ੍ਰਾਰਥਨਾ ਕਰਦਾ ਰਿਹਾ, ਇਸਰਾਇਲ ਜਿੱਤਦਾ ਰਿਹਾ। ਔਰ ਮੂਸਾ ਨੇ ਆਪਣੇ ਹੱਥ ਉੱਪਰ ਚੱਕ ਕੇ ਪ੍ਰਾਰਥਨਾ ਕੀਤੀ ਔਰ ਜਿਵੇਂ ਜਿਵੇਂ ਮੂਸਾ ਪ੍ਰਾਰਥਨਾ ਕਰਦਾ ਸੀ, ਇਸਰਾਇਲ ਜਿੱਤਦਾ ਸੀ। ਇਹਨਾਂ ਵਚਨਾਂ ਦੇ ਵਿੱਚ ਲਿਖਿਆ, ਮੂਸਾ ਦੇ ਹੱਥ ਅਤ ਭਾਰੀ ਹੋ ਗਏ ਔਰ ਹਾਰੂਨ
ਅਤੇ ਹੂਰ ਉਸ ਦੇ ਹੱਥਾਂ ਨੂੰ ਉੱਪਰ ਕਰਦੇ ਸਨ ਔਰ ਪੱਥਰ ਲਗਾਉਂਦੇ ਸਨ ਤਾਂ ਕਿ ਮੂਸਾ ਦੇ ਹੱਥ ਭਾਰੀ ਹੋ ਕੇ ਥੱਲੇ ਨਾ ਹੋ ਜਾਣ। ਔਰ ਜਦੋਂ ਇਸ ਤਰ੍ਹਾਂ ਕਰਦੇ ਸੀ ਤੇ ਇਸਰਾਇਲ ਜਿੱਤਦਾ ਸੀ। ਔਰ ਆਖਰ ਦੇ ਵਿੱਚ 13 ਵਚਨ ਦੇ ਵਿੱਚ ਲਿਖਿਆ, ਅਮਲੇਕ ਦੇ ਲੋਕ ਹਾਰ ਗਏ ਔਰ ਇਸਰਾਇਲ ਜਿੱਤ ਗਿਆ। ਮੈਂ ਵਿਸ਼ਵਾਸੀਆਂ ਦੇ ਬਾਰੇ ਆਖਣਾ ਚਾਹੁੰਦਾ ਹਾਂ, ਔਰ ਜੇਕਰ ਵਿਸ਼ਵਾਸੀ ਅੱਜ ਜਿੱਤ ਵਿੱਚ ਜਾਣਾ ਚਾਹੁੰਦੇ ਹਨ ਤੇ ਜਿਵੇਂ ਹਾਰੂਨ ਤੇ ਹੂਰ ਨੇ ਮੂਸਾ ਨਾਲ ਵਰਤਾਓ ਕੀਤਾ, ਇਵੇਂ ਅੱਜ ਦੇ ਵਿਸ਼ਵਾਸੀਆਂ ਨੂੰ ਸੇਵਕਾਂ ਦੇ ਨਾਲ ਸਹਿਯੋਗ ਕਰਨ ਦੀ ਜ਼ਰੂਰਤ ਹੈ। ਔਰ ਜਿੱਤ ਜਿਵੇਂ ਇੱਥੇ ਇਸਰਾਇਲ ਦੀ ਹੋਈ, ਉਵੇਂ ਹੀ ਉਹਨਾਂ ਦੇ ਜੀਵਨ ਦੇ ਵਿੱਚ ਜਿੱਥੇ ਜਿੱਥੇ ਹਾਰ ਹੈ ਉੱਥੇ ਜਿੱਤ ਹੋਵੇਗੀ। ਹੁਣ ਇਸ ਉਦਾਹਰਨ ਤੋਂ ਨਵੇਂ ਨੇਮ ਦੇ ਸੇਵਕਾਂ ਬਾਰੇ ਵਚਨ ਦੇ ਵਿੱਚ ਕੀ ਲਿਖਿਆ ਹੈ। ਰਸੂਲਾਂ ਦੇ ਕਿਤਾਬ 6 ਅਧਿਆਏ ਉਹਦੇ 4 ਵਚਨ ਇਸ ਤਰ੍ਹਾਂ ਬਿਆਨ ਕਰਦਾ ਹੈ, ਪਰ ਅਸੀਂ ਪ੍ਰਾਰਥਨਾ ਵਿੱਚ ਅਤੇ ਵਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ। ਪਹਿਲੇ ਸਮੇਂ ਦੀ ਕਲੀਸਿਆ ਨੇ ਵਿਸ਼ਵਾਸੀਆਂ ਨੂੰ ਇਹ ਕਿਹਾ ਕਿ ਸੰਗਤੀ ਦੇ ਉੱਪਰਲੇ ਕੰਮ ਤੁਸੀਂ ਕਰੋ, ਸਾਨੂੰ ਵਚਨ ਤੇ ਪ੍ਰਾਰਥਨਾ ਦੀ ਸੇਵਕਾਈ ਦਿਓ। ਇਸੇ ਲਈ ਪਰਮੇਸ਼ਵਰ ਦਾ ਵਚਨ ਫੈਲਦਾ ਗਿਆ। ਇਹ ਰਸੂਲਾਂ ਦੀ ਕਿਤਾਬ 6:7 ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਦਾ ਵਚਨ ਫੈਲਦਾ ਗਿਆ। ਜੇਕਰ ਵਿਸ਼ਵਾਸੀ ਆਪਣੇ ਮਨ ਵਿੱਚ ਚਾਹਤ ਰੱਖਦੇ ਹਨ ਕਿ ਪਰਮੇਸ਼ਵਰ ਦਾ ਵਚਨ ਫੈਲੇ, ਤਾਂ ਫਿਰ ਚੁਣੇ ਹੋਏ ਤੇ ਸੱਦੇ ਹੋਏ ਸੇਵਕਾਂ ਦੇ ਹੱਥ ਮਜ਼ਬੂਤ ਕਰਨ ਦੀ ਵਿਸ਼ਵਾਸੀਆਂ ਨੂੰ ਜ਼ਰੂਰਤ ਹੈ। ਆਖਰ ਦੇ ਵਿੱਚ ਮੈਂ ਇਹੀ ਦੱਸਣਾ ਚਾਹੁੰਦਾ ਹਾਂ ਕਿ ਹਰ ਇੱਕ ਵਿਸ਼ਵਾਸੀ ਨੂੰ ਪਹਿਚਾਨਣਾ ਹੈ ਔਰ ਜੋ ਸੰਗਤੀ ਵਿੱਚ ਆ ਕੇ ਵਾਧੂ ਦੀਆਂ ਗੱਲਾਂ ਨੇ ਉਹਨਾਂ 'ਤੇ ਧਿਆਨ ਨਹੀਂ ਦੇਣਾ। ਕਈ ਵਾਰ ਵਿਸ਼ਵਾਸੀ ਉਹਨਾਂ ਗੱਲਾਂ 'ਤੇ ਧਿਆਨ ਦਿੰਦਾ ਹੈ ਜਿਨ੍ਹਾਂ ਦੇ ਵਿੱਚ ਕੋਈ ਫਲ ਆਉਣ ਦੀ ਆਸ ਨਹੀਂ ਹੁੰਦੀ। ਭਾਵ ਪੱਤੇ ਤੇ ਫੁੱਲ ਇਹਨਾਂ 'ਤੇ ਧਿਆਨ ਵਿਸ਼ਵਾਸੀ ਨੂੰ ਨਹੀਂ ਦੇਣਾ, ਸਿਰਫ ਫਲ 'ਤੇ ਧਿਆਨ ਦੇਣਾ ਹੈ। ਔਰ ਮੇਰੀ ਤੇ ਸਾਡੀ ਟੀਮ ਦੀ ਇਹੀ ਪ੍ਰਾਰਥਨਾ ਹੈ ਕਿ ਸਾਰੇ ਵਿਸ਼ਵਾਸੀ ਜਿੱਤ ਵਾਲੇ ਜੀਵਨ ਨੂੰ ਹਾਸਲ ਕਰਨ ਔਰ ਸੇਵਕਾਂ ਦਾ ਸਹਿਯੋਗ ਦੇਣ। ਸੇਵਕਾਂ ਨੇ ਜੋ ਪਰਮੇਸ਼ਵਰ ਦਾ ਰਾਜ ਧਰਤੀ ਉੱਤੇ ਲੈ ਕੇ ਆਉਣਾ ਹੈ, ਉਹਦੇ ਵਿੱਚ ਵਿਸ਼ਵਾਸੀ ਤੇ ਸੇਵਕ ਮਿਲ ਕੇ ਕੰਮ ਕਰਨ ਤਾਂ ਇਹ ਧਰਤੀ ਦੇ ਉੱਤੇ ਸ਼ਾਂਤੀ ਤੇ ਖੁਸ਼ਹਾਲੀ ਹੋਵੇਗੀ। ਸਾਡੀ ਟੀਮ ਵੱਲੋਂ, ਮੇਰੇ ਵੱਲੋਂ ਸਭ ਨੂੰ ਜੈ ਮਸੀਹ ਦੀ।